ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਅੱਜ ਆਪਾਂ ਬਣਾਵਾਂਗੇ ਮਟਨ ਪੁਲਾਓ। ਇਹਦੀ ਖਾਸ ਗੱਲ ਇਹ ਵਾ ਕਿ ਆਪਾਂ ਲੈਦਾ ਤੋਂ ਇਹਦੇ ਵਾਸਤੇ ਯਖਨੀ ਨਹੀਂ ਬਣਾਵਾਂਗੇ। ਦੇਖੋ ਮਾਸ਼ਾਅੱਲਾ ਕਿੰਨਾ ਜ਼ਬਰਦਸਤ ਇੱਕ ਇੱਕ ਚਾਵਲ ਕੱਲਾ ਕੱਲਾ ਵਾ ਤੇ ਬੋਟੀ ਵੀ ਇੰਨੀ ਜ਼ਬਰਦਸਤ ਮੱਖਣ ਮਲਾਈ ਤਰ੍ਹਾਂ ਗਲੀ ਹੋਈ ਆ। ਮੈਂ ਤੁਹਾਨੂੰ ਚੈੱਕ ਕਰਵਾਨੀ ਆ ਤੇ ਉਸ ਤੋਂ ਬਾਅਦ ਤੁਹਾਨੂੰ ਇਹਦੀ ਫੁੱਲ ਰੈਸਪੀ ਦੱਸਾਂਗੀ। ਲੇਕਿਨ ਤੁਸੀਂ ਜੇ ਚਾਹੁੰਦੇ ਹੋ ਕਿ ਤੁਹਾਡਾ ਪੁਲਾਓ ਵੀ ਇਸੇ ਤਰ੍ਹਾਂ ਬਣੇ, ਕਮ ਮਿਹਨਤ ਦੇ ਵਿੱਚ ਜ਼ਿਆਦਾ ਜ਼ਬਰਦਸਤ ਜਿਹਾ ਪੁਲਾਓ ਬਣੇ ਕਿ ਸਾਰੇ ਤਾਰੀਫਾਂ ਕਰਨ, ਤੇ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ। ਵੀਡੀਓ ਨੂੰ ਤੁਸੀਂ ਫੁੱਲ ਵਾਚ ਕਰਨਾ ਵਾ ਤੇ ਤੁਹਾਨੂੰ ਜੇ ਵੀਡੀਓ ਚੰਗੀ ਲੱਗੇ ਤੇ ਇਹਨੂੰ ਲਾਈਕ ਵੀ ਕਰਿਆ ਜੇ, ਸ਼ੇਅਰ ਵੀ ਕਰਿਆ ਜੇ। ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ। ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੇ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਚਲੋ ਦੇਖਦੇ ਹਾਂ ਕਿ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਵਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਭ ਤੋਂ ਪਹਿਲੇ ਘੀ ਲੈ ਲਿਆ ਵਾ 2 ਕਿਲੋ ਚਾਵਲ ਤੇ ਤਕਰੀਬਨ 2.25 ਕਿਲੋ ਮਟਨ ਸੀਗਾ। ਤਕਰੀਬਨ 4 ਕਿਲੋ ਦੀ ਰੈਸਪੀ ਹੈ। ਪਿਆਜ਼ ਨੂੰ ਬਰਾਊਨ ਕਰ ਲਿਆ ਵਾ, ਥੋੜ੍ਹਾ ਜਿਹਾ ਪਾਣੀ ਦਾ ਛਿੱਟਾ ਲਾਤਾ ਤੇ ਇਹਦੇ ਵਿੱਚ ਮਸਾਲੇ ਸ਼ਾਮਿਲ ਕਰਾਂਗੇ। ਜ਼ੀਰਾ, ਲੌਂਗ, ਦਾਲਚੀਨੀ, ਤੇਜ਼ ਪੱਤਾ, ਸਾਬਤ ਮਿਰਚਾਂ ਵਾ, ਥੋੜ੍ਹੀਆਂ ਜਿਹੀਆਂ ਕਾਲੀਆਂ ਮਿਰਚਾਂ ਵਾ, ਸਾਰੀਆਂ ਚੀਜ਼ਾਂ ਦੇ ਵਿੱਚ ਸ਼ਾਮਿਲ ਕਰ ਦਿੱਤੀਆਂ ਵਾ। ਥੋੜ੍ਹਾ ਜਿਹਾ ਇਹਨਾਂ ਨੂੰ ਫਰਾਈ ਕਰ ਲਾਂਗੇ ਇਹਦੇ ਵਿੱਚ। ਤੇ ਹੁਣ ਮੈਂ ਇਹਦੇ ਵਿੱਚ ਜਿਹੜਾ ਵਾ ਨਾ ਫਰੈਸ਼ ਕੁੱਟਿਆ ਹੋਇਆ ਲਸਣ ਤੇ ਅਦਰਕ ਤਕਰੀਬਨ 2.5 ਚਮਚ ਇਹਦੇ ਵਿੱਚ ਸ਼ਾਮਿਲ ਕਰ ਦਿੱਤੇ ਆ। ਇਹਦਾ ਕੱਚਾਪਨ ਖਤਮ ਹੋਣ ਤੱਕ ਇਹਨੂੰ ਭੁੰਨਾਂਗੇ। ਬਹੁਤ ਹੀ ਮਜ਼ੇ ਦੀ ਰੈਸਪੀ ਹੋਣ ਵਾਲੀ ਹੈ ਤੇ ਰੈਸਪੀ ਆਸਾਨ ਬਹੁਤ ਆ, ਕਿਉਂਕਿ ਕੁਝ ਲੋਕਾਂ ਕੋਲ ਯਖਨੀ ਜਿਹੜੀ ਆ ਉਹ ਸਹੀ ਤਰੀਕੇ ਦੇ ਨਾਲ ਬਣਦੀ ਨਹੀਂ ਗੀ ਤੇ ਪਾਣੀ ਦਾ ਹਿਸਾਬ ਨਹੀਂ ਰਹਿੰਦਾ ਕਿ ਕਿੰਨਾ ਪਾਣੀ ਪਾਉਣਾ ਸੀਗਾ ਤੇ ਪਾਣੀ ਵੱਧ ਘੱਟ ਹੋ ਜਾਂਦਾ ਵਾ ਤੇ ਜਿਹਦੀ ਵਜ੍ਹਾ ਤੋਂ ਫਿਰ ਉਹਨਾਂ ਨੂੰ ਕੱਚਾ ਪਾਣੀ ਪਾਉਣਾ ਪੈਂਦਾ ਤੇ ਉਹਦੀ ਵਜ੍ਹਾ ਤੋਂ ਫਿਰ ਕੀ ਹੁੰਦਾ ਵਾ ਕਿ ਜਿਹੜਾ ਟੇਸਟ ਹੈ ਨਾ ਟੋਟਲੀ ਚੇਂਜ ਹੋ ਜਾਂਦਾ ਵਾ ਤੁਹਾਡੀ ਰੈਸਪੀ ਦਾ। ਤੇ ਇਸ ਲਈ ਤੁਹਾਡੇ ਲਈ ਅੱਜ ਆਸਾਨ ਜੀ ਰੈਸਪੀ ਲੈ ਕੇ ਆਏ ਹਾਂ। ਲਸਣ ਅਦਰਕ ਦਾ ਟੇਸਟ ਜਿਹੜਾ ਵਾ ਕੱਚਾਪਨ ਖਤਮ ਹੋ ਗਿਆ ਵਾ ਤੇ ਹੁਣ ਇਹਦੇ ਵਿੱਚ ਮਟਨ ਸ਼ਾਮਿਲ ਕਰ ਦਿੱਤਾ ਤੇ ਦੇਖੋ ਮਟਨ ਦਾ ਕਲਰ ਚੇਂਜ ਹੋਣ ਤੱਕ ਤੇ ਉਹਦਾ ਸਾਰਾ ਪਾਣੀ ਖੁਸ਼ਕ ਹੋਣ ਤੱਕ ਆਪਾਂ ਇਹਨੂੰ ਭੁੰਨਣਾ ਵਾ। ਤੇ ਦੇਖੋ ਬਿਲਕੁਲ ਘੀ ਜਿਹੜਾ ਵਾ ਕਲੀਅਰ ਆ, ਕਿਉਂਕਿ ਇਹਦਾ ਮਤਲਬ ਆ ਫਿਰ ਜੇ ਘੀ ਇਸ ਤਰ੍ਹਾਂ ਕਲੀਅਰ ਹੋ ਜਾਵੇ ਤੇ ਇਹਦਾ ਮਤਲਬ ਆ ਕਿ ਜਿਹੜਾ ਤੁਹਾਡਾ ਮਟਨ ਆ ਉਹਦਾ ਸਾਰਾ ਪਾਣੀ ਜਿਹੜਾ ਵਾ ਖੁਸ਼ਕ ਹੋ ਗਿਆ ਵਾ ਤੇ ਤਕਰੀਬਨ ਮਟਰ ਗਲ ਵੀ ਗਿਆ ਵਾ। ਹੁਣ ਇਹਦੇ ਵਿੱਚ 10-12 ਸਬਜ਼ ਮਿਰਚਾਂ ਕੱਟ ਕੇ ਸ਼ਾਮਿਲ ਕਰ ਦਿੱਤੀਆਂ, ਰਫਲੀ ਚੌਪ ਕਰਕੇ ਤੁਸੀਂ ਸ਼ਾਮਿਲ ਕਰ ਦਿਓ ਤੇ ਥੋੜ੍ਹਾ ਜਿਹਾ ਮਿਰਚਾਂ ਨੂੰ ਇਹਦੇ ਨਾਲ ਫਰਾਈ ਕਰ ਲਾਂਗੇ ਤਾਂ ਕਿ ਇਹਨਾਂ ਦਾ ਵੀ ਅੱਛਾ ਜਿਹਾ ਟੇਸਟ ਨਿਕਲੇ। 4 ਤੋਂ 5 ਟਮਾਟਰ ਜਿਹੜੇ ਕੱਟ ਕੇ ਤੁਸੀਂ ਸ਼ਾਮਿਲ ਕਰ ਦੇਣੇ। ਛੋਟੇ ਸਾਈਜ਼ ਦੇ ਟਮਾਟਰ ਸੀਗੇ ਮੇਰੇ ਕੋਲ, ਤੁਹਾਡੇ ਕੋਲ ਬੜੇ ਹੋਣ ਤੁਹਾਡੇ ਕੋਲ ਤੇ ਤੁਸੀਂ 2 ਜਾਂ 3 ਟਮਾਟਰਾਂ ਨਾਲ ਵੀ ਕੰਮ ਚਲਾ ਸਕਦੇ ਹੋ। ਬਹੁਤ ਜ਼ਿਆਦਾ ਆਪਾਂ ਇਹਦੇ ਵਿੱਚ ਮਸਾਲੇ ਸ਼ਾਮਿਲ ਨਹੀਂ ਕਰਨੇ, ਨਾ ਕੋਈ ਹਲਦੀ ਵੀ ਨਹੀਂ ਸ਼ਾਮਿਲ ਕਰਾਂਗੇ, ਸੁਰਖ ਮਿਰਚ ਵੀ ਸ਼ਾਮਿਲ ਨਹੀਂ ਕਰਾਂਗੇ ਤੇ ਸਿਰਫ ਕਾਲੀ ਮਿਰਚ ਤੇ ਨਮਕ ਦੇ ਨਾਲ ਆਪਾਂ ਇਹਨੂੰ ਬਣਾਵਾਂਗੇ। ਲੇਕਿਨ ਪਹਿਲੇ ਇਹਦੇ ਵਿੱਚ ਸਿਰਫ ਆਪਾਂ ਕਾਲੀ ਮਿਰਚ ਸ਼ਾਮਿਲ ਕਰਾਂਗੇ। ਇਹ ਵਾਲਾ ਜਿਹੜਾ ਚਮਚ ਆ ਇਹ ਮੇਰੇ ਕੋਲ ਜਿਹੜੇ ਚਾਵਲ ਸੀਗੇ ਇਹਨਾਂ ਦੇ 4.5 ਮੱਗ ਹੋਏ ਸੀ 2 ਕਿਲੋ ਚਾਵਲਾਂ ਦੇ ਤੇ ਉਸੇ ਮੱਗ ਦਾ ਮੈਂ ਜਿਹੜਾ ਨਾ ਆਪਦੀ ਮੇਜਰਮੈਂਟ ਦਾ ਹਿਸਾਬ ਰੱਖਿਆ ਹੋਇਆ ਵਾ ਕਿ ਇਹ ਵਾਲਾ ਚਮਚ ਜਿਹੜਾ ਤੁਹਾਨੂੰ ਚੈੱਕ ਕਰਵਾਇਆ ਵਾ ਇੱਕ ਮੱਗ ਦੇ ਵਿੱਚ 1 ਚਮਚ ਪੈਂਦਾ ਵਾ, ਯਾਨੀ ਕਿ ਅੱਧਾ ਕਿਲੋ ਚਾਵਲਾਂ 'ਚ 1 ਚਮਚ ਹੈ ਛੋਟਾ ਖਾਣ ਵਾਲਾ ਚਮਚ। ਤੇ ਇਹ ਮੈਂ 4.5 ਚਮਚ ਇਹਦੇ ਵਿੱਚ ਨਮਕ ਦੇ ਸ਼ਾਮਿਲ ਕਰ ਦਿੱਤੇ ਆ ਤੇ ਇਹਨੂੰ ਹੁਣ ਭੁੰਨ ਲਾਂਗੇ। ਥੋੜ੍ਹਾ ਜਿਹਾ ਨਮਕ ਨੂੰ ਥੋੜ੍ਹਾ ਜਿਹਾ ਮਿਕਸ ਹੋ ਲੈਣ ਦੇਵਾਂਗੇ ਇਹਦੇ ਵਿੱਚ ਤੇ ਹੁਣ ਇਹਦੇ ਵਿੱਚ ਆਪਾਂ ਪਾਣੀ ਸ਼ਾਮਿਲ ਕਰਾਂਗੇ ਤੇ ਪਾਣੀ ਵਾਸਤੇ ਵੀ ਮੈਂ ਤੁਹਾਨੂੰ ਮੱਗ ਚੈੱਕ ਕਰਵਾਉਂਦੀ ਹਾਂ। ਖੁਸ਼ਕ ਧਨੀਆ ਸ਼ਾਮਿਲ ਕਰ ਦਿੱਤਾ ਵਾ 2 ਚਮਚ ਭਰ ਕੇ। ਹਲਦੀ ਤੇ ਮਿਰਚ ਆਪਾਂ ਇਹਦੇ ਵਿੱਚ ਸ਼ਾਮਿਲ ਨਹੀਂ ਕਰਾਂਗੇ ਤੇ ਬਾਕੀ ਦੇ ਆਪਾਂ ਖੜੇ ਮਸਾਲੇ ਦੇ ਵਿੱਚ ਸ਼ਾਮਿਲ ਕਰ ਦਿੱਤੇ, ਇਸ ਲਈ ਆਪਾਂ ਨੂੰ ਇਹਦੇ ਵਿੱਚ ਹੁਣ ਬਾਰੀਕ ਪੀਸਿਆ ਹੋਇਆ ਜ਼ੀਰਾ ਵਗੈਰਾ ਸ਼ਾਮਿਲ ਕਰਨ ਦੀ ਵੀ ਜ਼ਰੂਰਤ ਨਹੀਂ ਹੈਗੀ। ਇਹ ਵਾਲਾ ਮੱਗ ਵਾ ਜਿਹਦੇ ਨਾਲ ਮੈਂ ਚਾਵਲਾਂ ਦੀ ਮੇਜਰਮੈਂਟ ਕੀਤੀ ਸੀਗੀ ਤੇ 4.5 ਕੱਪ ਮੱਗ ਚਾਵਲਾਂ ਦੇ ਸੀਗੇ ਤੇ 1.5 ਗੁਣਾ ਦੇ ਹਿਸਾਬ ਨਾਲ ਇਹਦੇ ਵਿੱਚ ਮੈਂ 6.25 ਮੱਗ ਪਾਣੀ ਦੇ ਸ਼ਾਮਿਲ ਕਰਾਂਗੀ। ਜੇ ਤੁਸੀਂ ਚੁੱਲ੍ਹੇ 'ਤੇ ਬਣਾ ਰਹੇ ਹੋ ਤਾਂ ਫਿਰ ਤੁਸੀਂ ਡਬਲ ਪਾਣੀ ਹੀ ਸ਼ਾਮਿਲ ਕਰਨਾ, ਕਿਉਂਕਿ ਚੁੱਲ੍ਹੇ 'ਤੇ ਅੱਗ ਆਪਾਂ ਆਪਣੀ ਮਰਜ਼ੀ ਨਾਲ ਤੇਜ਼ ਵੀ ਕਰ ਲਈਦੀ ਆ ਤੇ ਉੱਥੇ ਜਿਹੜੇ ਚਾਵਲ ਆ ਨਾ ਡਬਲ ਦੇਖੋ ਪਾਣੀ ਮੈਂ ਤੁਹਾਨੂੰ ਦਿਖਾਤਾ ਵਾ 6.25 ਮੱਗ ਮੈਂ ਇਹਦੇ ਵਿੱਚ ਪਾਣੀ ਦੇ ਸ਼ਾਮਿਲ ਕਰ ਦਿੱਤੇ। ਲਿਡ ਲਾ ਕੇ ਇਹਨੂੰ ਪਕਾ ਲਿਆ ਅੱਛੇ ਤਰੀਕੇ ਦੇ ਨਾਲ। ਚੁੱਲ੍ਹੇ 'ਤੇ ਤੁਸੀਂ ਡਬਲ ਪਾਣੀ ਹੀ ਪਾ ਸਕਦੇ ਹੋ ਕਿਉਂਕਿ ਉਹਦੇ ਵਿੱਚ ਆਪਾਂ ਅੱਗ ਜਿਹੜੀ ਹੈ ਨਾ ਆਪਣੀ ਮਰਜ਼ੀ ਦੇ ਹਿਸਾਬ ਨਾਲ ਵੱਧ ਘੱਟ ਕਰ ਲੈਂਦੇ ਹਾਂ ਤੇ ਚਾਵਲ ਜਿਹੜੇ ਆ ਬਿਲਕੁਲ ਫਿਰ ਉਹਦੇ ਵਿੱਚ ਜ਼ਿਆਦਾ ਓਵਰ ਕੁੱਕ ਨਹੀਂ ਹੁੰਦੇ। ਲੇਕਿਨ ਜਦੋਂ ਆਪਾਂ ਸਿਲੰਡਰ 'ਤੇ ਕੰਮ ਕਰ ਰਹੇ ਹਾਂ ਤਾਂ ਫਲੇਮ ਦਾ ਹਿਸਾਬ ਹੁੰਦਾ ਵਾ ਤੇ ਇਹਦੇ ਨਾਲ ਕੀ ਹੁੰਦਾ ਵਾ ਜੇ ਤੁਸੀਂ 2 ਗੁਣਾ ਦੇ ਹਿਸਾਬ ਨਾਲ ਪਾਣੀ ਪਾਓਗੇ ਤਾਂ ਇਹਦਾ ਫਲੇਮ ਇੰਨਾ ਤੇਜ਼ ਨਹੀਂ ਹੋਏਗਾ ਜਿਹੜੀ ਆਮ ਆਪਣਾ ਸਿਲੰਡਰ ਵਾਲਾ ਗੈਸ ਹੁੰਦੀ ਆ। ਤੇ ਉਹਦੇ ਨਾਲ ਕੀ ਹੋਏਗਾ 2 ਗੁਣਾ ਪਾਣੀ ਪਾਓਗੇ ਤੇ ਚਾਵਲ ਜਿਹੜੇ ਆ ਤੁਹਾਡੇ ਓਵਰ ਕੁੱਕ ਹੋ ਜਾਣਗੇ, ਜੁੜ ਜਾਣਗੇ। ਤੇ ਇਹ ਮੈਂ ਤੁਹਾਨੂੰ ਚੈੱਕ ਕਰਵਾ ਦਿੱਤਾ। ਆਪਣਾ ਜਿਹੜਾ ਗੋਸ਼ਤ ਆਪਾਂ ਪਕਾ ਲਿਆ ਸੀ ਅੱਛੇ ਤਰੀਕੇ ਨਾਲ ਗਲਾ ਲਿਆ ਸੀਗਾ ਤੇ ਹੁਣ ਮੈਂ ਬੜੀ ਕੜਾਹੀ ਦੇ ਵਿੱਚ ਚਾਵਲ ਸ਼ਾਮਿਲ ਕਰ ਲਿਆ ਸੀ ਪਹਿਲੇ ਹੀ ਧੋ ਕੇ ਤੇ ਹੁਣ ਜਿਹੜਾ ਸਾਰਾ ਜਿਹੜਾ ਗੋਸ਼ਤ ਵਿੱਚ ਆਪਾਂ ਪਾਣੀ ਵਗੈਰਾ ਪਾ ਕੇ ਗਲਾਇਆ ਸੀ ਉਹ ਮੈਂ ਇਹਦੇ ਵਿੱਚ ਸ਼ਾਮਿਲ ਕਰ ਦਿੱਤਾ ਤੇ ਕਾਲੀ ਮਿਰਚ ਸ਼ਾਮਿਲ ਕਰ ਦਿੱਤੀ ਤਕਰੀਬਨ 1.5 ਚਮਚ ਤੇ ਇਹਨੂੰ ਲਿਡ ਲਾ ਦਿੱਤਾ। ਪਾਣੀ ਖੁਸ਼ਕ ਹੋ ਗਿਆ। ਦੇਖੋ ਮਾਸ਼ਾਅੱਲਾ ਥੋੜ੍ਹਾ ਥੋੜ੍ਹਾ ਪਾਣੀ ਇਹਦੇ ਵਿੱਚ ਪੀਂਦੇ ਵਿੱਚ ਹੈਗਾ ਵਾ ਹਜੇ
ਬਿਲਕੁਲ ਤੁਸੀਂ ਇਹ ਸਮਝ ਲਓ ਕਿ ਸਾਰੇ ਵਿੱਚ ਅੱਧਾ ਗਲਾਸ। ਤੇ ਇਹਦੇ ਉੱਪਰ ਗਿੱਲਾ ਪੌਣਾ ਕਰਕੇ ਇਹਨੂੰ ਮੈਂ ਦਮ ਦੇ ਦਿੱਤਾ। ਦਮ ਜਿਹੜਾ ਦਿੱਤਾ 15 ਮਿੰਟ ਵਾਸਤੇ ਦਮ ਵਾਲੇ ਫਲੇਮ 'ਤੇ। ਅਤੇ ਉਸ ਤੋਂ ਬਾਅਦ 10 ਮਿੰਟ ਵਾਸਤੇ ਇਹਨੂੰ ਚੁੱਲ੍ਹੇ ਨੂੰ ਬੰਦ ਕਰਕੇ ਅਤੇ ਉਸ ਤਰ੍ਹਾਂ ਹੀ ਪਿਆ ਰਹਿਣ ਦਿੱਤਾ। 10 ਮਿੰਟ ਤੋਂ ਬਾਅਦ ਚੁੱਲ੍ਹਾ ਬੰਦ ਕਰਨ ਤੋਂ 10 ਮਿੰਟ ਤੋਂ ਬਾਅਦ ਆਪਾਂ ਇਹਦਾ ਜਿਹੜਾ ਦਮ ਖੋਲਾਂਗੇ, ਤਾਂ ਕਿ ਚਾਵਲ ਜਿਹੜੇ ਆ ਉਹ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਜਿਹੜੇ ਆ ਨਾ ਕੁੱਕ ਹੋਏ ਹੋਣ ਆਪਣੇ। ਦਮ ਦੇਣ ਦਾ ਵੀ ਇਹੀ ਤਰੀਕਾ ਹੁੰਦਾ ਵਾ ਕਿ ਪਹਿਲੇ ਤੁਸੀਂ 15 ਮਿੰਟ ਇਹਨੂੰ ਦਮ ਵਾਲੇ ਫਲੇਮ 'ਤੇ ਰੱਖਣਾ ਵਾ, ਅਤੇ ਉਸ ਤੋਂ ਬਾਅਦ ਤੁਸੀਂ 10 ਮਿੰਟ ਉਹਨੂੰ ਦਮ 'ਤੇ ਵੈਸੇ ਹੀ ਚੁੱਲ੍ਹਾ ਬੰਦ ਕਰਕੇ ਪਿਆ ਰਹਿਣ ਦੇਣਾ, ਸਟੀਮ ਬਾਹਰ ਨਹੀਂ ਕੱਢਣੀ। ਅਤੇ ਸਟੀਮ ਕੱਢਣ ਤੋਂ ਬਾਅਦ ਜਿਹੜਾ ਵਾ ਤੁਸੀਂ ਥੋੜ੍ਹੀ ਦੇਰ ਵਾਸਤੇ ਜਿਹੜਾ ਚਾਵਲਾਂ ਨੂੰ ਉਸ ਤਰ੍ਹਾਂ ਹੀ ਪੈ ਰਹਿਣ ਦਿਓ। ਅਤੇ ਉਸ ਤੋਂ ਬਾਅਦ 2-4 ਮਿੰਟ ਤੋਂ ਬਾਅਦ ਨਾ ਤੁਸੀਂ ਇਹਨਾਂ ਚਾਵਲਾਂ ਨੂੰ ਹਿਲਾਉਣਾ ਵਾ ਚਮਚ ਦੇ ਨਾਲ। ਇਹਦੇ ਨਾਲ ਕੀ ਹੁੰਦਾ ਵਾ ਕਿ ਇਹਨਾਂ ਦਾ ਟੈਕਸਚਰ ਜਿਹੜਾ ਵਾ ਉਹ ਬਰਕਰਾਰ ਰਹਿੰਦਾ ਵਾ। ਜੇ ਆਪਾਂ ਫੌਰਨ ਹੀ ਚਮਚੇ ਮਾਰਨੇ ਸ਼ੁਰੂ ਕਰ ਦਈਏ ਤਾਂ ਚਾਵਲ ਟੁੱਟਣ ਦਾ ਖਤਰਾ ਹੁੰਦਾ ਵਾ। ਹੋ ਸਕੇ ਤਾਂ ਤੁਸੀਂ 2-3 ਮਿੰਟ ਵਾਸਤੇ ਪੰਖਾ ਚਲਾ ਦਿਓ, ਅਤੇ ਫਿਰ ਉਸ ਤੋਂ ਬਾਅਦ ਚਾਵਲਾਂ ਨੂੰ ਤੁਸੀਂ ਚਮਚ ਦੇ ਨਾਲ ਹਿਲਾਉਣਾ ਵਾ। ਅਤੇ ਦੇਖੋ ਮਾਸ਼ਾਅੱਲਾ ਕੱਲਾ ਚਾਵਲ ਬਹੁਤ ਹੀ ਜ਼ਬਰਦਸਤ ਪੁਲਾਓ ਆਪਣਾ ਬਣ ਕੇ ਤਿਆਰ ਹੋਇਆ ਵਾ। ਅਤੇ ਇਹ ਦੇਖੋ ਤੁਹਾਨੂੰ ਨੀਚੇ ਪੈਂਦਾ ਚੈੱਕ ਕਰਵਾ ਰਹੀ ਹਾਂ, ਬਿਲਕੁਲ ਵੀ ਇੱਕ ਦਾਣਾ ਵੀ ਨੀਚੇ ਨਹੀਂ ਲੱਗਾ। ਅਤੇ ਇਹ ਦੇਖੋ 1.5 ਗੁਣਾ ਪਾਣੀ ਪਾਇਆ ਸੀ, ਚਾਵਲ ਵੀ ਜ਼ਬਰਦਸਤ ਗਲ ਗਏ ਆ। ਬਹੁਤ ਹੀ ਜ਼ਬਰਦਸਤ ਟੇਸਟਫੁਲ ਫਲੇਵਰਫੁਲ ਚਾਵਲ ਬਣੇ ਆਪਣੇ। ਅਤੇ ਦੇਖੋ ਬਿਲਕੁਲ ਵੀ ਇੱਕ ਦਾਣਾ ਵੀ ਨੀਚੇ ਨਹੀਂ ਲੱਗਾ ਚਾਵਲਾਂ ਦਾ। ਜੇ ਤੁਸੀਂ ਇਸ ਤਰੀਕੇ ਨਾਲ ਦਮ ਦਿਓਗੇ ਤਾਂ ਦਮ ਵੀ ਅੱਛੇ ਤਰੀਕੇ ਨਾਲ ਆਏਗਾ, ਅਤੇ ਚਾਵਲ ਜਿਹੜੇ ਤੁਹਾਡੇ ਨੀਚੇ ਪੈਂਦੇ ਵਿੱਚ ਵੀ ਨਹੀਂ ਲੱਗਣਗੇ। ਅਤੇ ਹੁਣ ਤੁਹਾਨੂੰ ਮੈਂ ਦੁਬਾਰਾ ਚੈੱਕ ਕਰਵਾਉਣੀ ਹਾਂ ਕਿ ਕਿਸ ਤਰ੍ਹਾਂ ਇੱਕ ਚਾਵਲ ਦੇਖੋ ਬਿਲਕੁਲ ਕੱਲਾ ਵਾ। ਬਹੁਤ ਹੀ ਮਜ਼ੇ ਦੀ ਅਤੇ ਆਸਾਨ ਜੀ ਰੈਸਪੀ ਹੈ। ਤੁਸੀਂ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਿਆ ਕਰੋ। ਇਨਸ਼ਾ ਅੱਲਾਹ ਤਾਲਾ ਤੁਹਾਡੀ ਰੈਸਪੀ ਕਦੀ ਵੀ ਫੇਲ ਨਹੀਂ ਹੋਏਗੀ। ਅਤੇ ਦੇਖ ਲਓ ਮੈਂ ਕੋਈ ਇਹਦੇ ਵਿੱਚ ਕੋਈ ਖ਼ਾਸ ਮਸਾਲੇ ਵਗੈਰਾ ਵੀ ਸ਼ਾਮਿਲ ਨਹੀਂ ਕੀਤੇ। ਦੇਖੋ ਮਾਸ਼ਾਅੱਲਾ ਇੱਕ ਚਾਵਲ ਲੰਬਾ ਵਾ, ਅਤੇ ਬਹੁਤ ਹੀ ਜ਼ਬਰਦਸਤ ਕੱਲਾ ਕਲੀਆਂ ਤਰ੍ਹਾਂ ਖਿਲਿਆ ਹੋਇਆ ਚਾਵਲ। ਬੋਟੀ ਤੁਹਾਨੂੰ ਚੈੱਕ ਕਰਵਾਉਣੀ, ਦੇਖੋ ਕਿੰਨੀ ਜ਼ਬਰਦਸਤ ਗਲੀ ਹੋਈ ਆ। ਅਤੇ ਟੇਸਟਫੁਲ ਵੀ ਬਹੁਤ ਬਣਦੀ ਹੈ ਇਸ ਤਰੀਕੇ ਨਾਲ। ਜਦੋਂ ਗੋਸ਼ਤ ਪਹਿਲੇ ਫਰਾਈ ਹੋ ਜਾਂਦਾ ਵਾ ਨਾ, ਅਤੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਪਾਣੀ ਵਗੈਰਾ ਲਾਈਦਾ, ਅਤੇ ਇਹਦੇ ਨਾਲ ਬਹੁਤ ਹੀ ਜ਼ਬਰਦਸਤ ਜਿਹਾ ਟੇਸਟ ਆਉਂਦਾ ਵਾ ਬੋਟੀ ਦੇ ਵਿੱਚ। ਅਤੇ ਚਾਵਲਾਂ 'ਚ ਤਾਂ ਫਿਰ ਮਾਸ਼ਾਅੱਲਾ ਜ਼ਬਰਦਸਤ ਟੇਸਟ ਆਉਣਾ ਹੀ ਹੈ, ਕਿਉਂਕਿ ਆਪਾਂ ਇੰਨੇ ਜ਼ਬਰਦਸਤ ਬਣਾਏ ਜੋ ਆ। ਦੇਖੋ ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਅਤੇ ਖੁਸ਼ਬੂਦਾਰ ਮਟਨ ਪੁਲਾਓ ਆਪਣਾ ਤਿਆਰ ਹੋ ਗਿਆ ਵਾ। ਮੇਰੇ ਬਾਕੀ ਦੇ ਚੈਨਲ ਦਾ ਵਿਜ਼ਿਟ ਕਰੋ। ਤੁਹਾਨੂੰ ਵੀਡੀਓਜ਼ ਅੱਛੀਆਂ ਲੱਗਣ ਅਤੇ ਜ਼ਰੂਰ ਉਹਨਾਂ ਨੂੰ ਵੀ ਲਾਈਕ ਕਰੋ, ਸ਼ੇਅਰ ਕਰੋ। ਚੈਨਲ 'ਤੇ ਪਹਿਲੀ ਦਫਾ ਆਏ ਆ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਆਪਣੇ ਫੈਮਿਲੀ ਅਤੇ ਫਰੈਂਡਸ ਦੇ ਵਿੱਚ ਚੈਨਲ ਨੂੰ ਸ਼ੇਅਰ ਜ਼ਰੂਰ ਕਰੋ। ਅਤੇ ਦੇਖੋ ਮਾਸ਼ਾਅੱਲਾ ਕਿੰਨੀ ਜ਼ਬਰਦਸਤ ਬੋਟੀ ਗਲੀ ਹੋਈ ਆ। ਅਤੇ ਪੁਲਾਓ ਦੇ ਵਿੱਚ ਇਸ ਤਰ੍ਹਾਂ ਹੀ ਬੋਟੀ ਅੱਛੀ ਲੱਗਦੀ ਹੈ। ਬੋਟੀ ਜੇ ਥੋੜ੍ਹੀ ਜਿਹੀ ਖੜੀ ਹੋਏਗੀ ਅਤੇ ਉਹ ਖਾਣ ਵਾਲੇ ਨੂੰ ਵੀ ਮਜ਼ਾ ਨਹੀਂ ਦੇਗੀ, ਅਤੇ ਉਸ ਤਰ੍ਹਾਂ ਦਾ ਟੇਸਟ ਵੀ ਨਹੀਂ ਬਣਦਾ ਫਿਰ ਜੇ ਗੋਸ਼ਤ ਗਲਿਆ ਹੋਇਆ ਨਾ ਅੱਛੇ ਤਰੀਕੇ ਨਾਲ ਹੋਵੇ। ਕੋਸ਼ਿਸ਼ ਕਰਿਆ ਕਰੋ ਕਿ ਗੋਸ਼ਤ ਨੂੰ ਬਿਲਕੁਲ ਅੱਛੇ ਤਰੀਕੇ ਨਾਲ ਗਲਾ ਲਿਆ ਕਰੋ। ਮਾਸ਼ਾਅੱਲਾ ਜ਼ਬਰਦਸਤ ਜਿਹਾ ਮਟਨ ਪੁਲਾਓ ਆਪਣਾ ਤਿਆਰ ਹੋ ਗਿਆ ਵਾ। ਤੁਹਾਨੂੰ ਦੁਬਾਰਾ ਰਿਕੁਐਸਟ ਹੈ ਕਿ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਜੇ। ਚੈਨਲ 'ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ, ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਜੇ। ਮਿਲਦੇ ਹਾਂ ਕਿਸੇ ਨੈਕਸਟ ਵੀਡੀਓ 'ਚ। ਉਦ ਤੱਕ ਲਈ ਅੱਲਾ ਹਾਫਿਜ਼।